ਬਾਬਾ ਫਰੀਦ ਜੀ ਦੀ ਕੀ ਮਜਬੂਰੀ ਸੀ ਕਿ ਚੋਰਾਂ ਨਾਲ ਮਿਲ ਕੇ ਚੋਰੀ ਕਰਨ ਵਾਸਤੇ ਤੁਰ ਪਏ। ਬਾਬਾ ਫਰੀਦ ਜੀ ਨੇ ਆਖਿਰ ਇੰਜ ਕਿਉਂ ਕੀਤਾ? ਇਹ ਸਾਰਾ ਕੁਝ ਜਾਣਨ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਣਾ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਦੇ ਵਿੱਚ ਗਵਾਚ ਜਾਓ, ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ। ਬਾਬਾ ਫਰੀਦ ਜੀ ਦੇ ਗ੍ਰਸਤੀ ਜੀਵਨ ਵਿੱਚ 4 ਵਿਆਹ ਹੋਏ ਸੀ। ਬਾਬਾ ਫਰੀਦ ਜੀ ਦੇ 5 ਪੁੱਤਰ ਅਤੇ 3 ਪੁੱਤਰੀਆਂ ਸਨ। ਜਿਵੇਂ-ਜਿਵੇਂ ਫਰੀਦ ਜੀ ਬੰਦਗੀ ਕਰਦੇ ਹੋਏ ਸੰਸਾਰ ਦੇ ਪਦਾਰਥਾਂ ਵੱਲੋਂ ਟੁੱਟਦੇ ਗਏ, ਤਿਉਂ-ਤਿਉਂ ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਗਈ। ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਘਰ ਵਿੱਚ ਪਦਾਰਥਾਂ ਦੀ ਤੰਗੀ ਵਾਲੇ ਦਿਨ ਵੀ ਗੁਜ਼ਾਰੇ। ਜਦੋਂ ਪਰਿਵਾਰ ਨੇ ਇੱਕ ਦਿਨ ਫਰੀਦ ਜੀ ਨੂੰ ਪਦਾਰਥ ਲਿਆਉਣ ਲਈ ਮਜਬੂਰ ਕੀਤਾ ਤਾਂ ਇਹ ਪਰਿਵਾਰ ਲਈ ਕੁਝ ਪਦਾਰਥ ਲੈਣ ਲਈ ਘਰੋਂ ਬਾਹਰ ਗਏ, ਪਰ ਕੋਈ ਵੀ ਸਾਧਨ ਨਾ ਬਣ ਪਾਇਆ ਤੇ ਖਾਲੀ ਹੱਥੀਂ ਵਾਪਸ ਮੁੜਨ ਨੂੰ ਦਿਲ ਨਾ ਕਰਿਆ। ਉਸ ਵਕਤ ਸ਼ਾਮ ਪੈ ਗਈ। ਉਸ ਵਕਤ ਫਰੀਦ ਜੀ ਨੂੰ ਇੱਕ ਚੋਰਾਂ ਦਾ ਟੋਲਾ ਮਿਲਿਆ ਤੇ ਉਹਨਾਂ ਨੇ ਫਰੀਦ ਜੀ ਨੂੰ ਪੁੱਛਿਆ ਕਿ ਤੂੰ ਕੌਣ ਹੈ ਅਤੇ ਕਿਸ ਲਈ ਜੰਗਲ ਵਿੱਚ ਘੁੰਮ ਰਿਹਾ ਹੈ। ਫਰੀਦ ਜੀ ਨੇ ਕਿਹਾ ਕਿ ਮੇਰੇ ਘਰ ਵਿੱਚ ਕੋਈ ਪਦਾਰਥ ਨਹੀਂ ਹੈ ਅਤੇ ਕਿਸੇ ਪਦਾਰਥ ਲਈ ਕੋਈ ਕੰਮ ਵੇਖ ਰਿਹਾ ਹਾਂ। ਤਾਂ ਚੋਰਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲ, ਅਸੀਂ ਬਹੁਤ ਵਧੀਆ ਤੇ ਪੈਸੇ ਵਾਲਾ ਕੰਮ ਕਰਨ ਚੱਲੇ ਹਾਂ। ਫਰੀਦ ਜੀ ਅਣਜਾਣਪੁਣੇ ਵਿੱਚ ਉਹਨਾਂ ਦੇ ਨਾਲ ਚੱਲ ਪਏ। ਉਹਨਾਂ ਚੋਰਾਂ ਨੇ ਰਾਤ ਦੇ ਸਮੇਂ ਜ਼ਿਮੀਂਦਾਰ ਦੇ ਖੇਤਾਂ ਤੋਂ ਪੰਡਾਂ ਬੰਨ੍ਹ ਲਈਆਂ ਤੇ ਫਰੀਦ ਜੀ ਨੇ ਉਹਨਾਂ ਨੂੰ ਪੰਡਾਂ ਚੁਕਾ ਕੇ ਕਿਹਾ ਕਿ ਮੈਂ ਆਪਣੀ ਪੰਡ ਆਪ ਹੀ ਚੁੱਕ ਲਵਾਂਗਾ। ਪਿਛਲੇ ਜਨਮ ਦੇ ਤਪਸਵੀ ਰੂਪ ਵਿੱਚ ਚੋਰਾਂ ਦਾ ਭੇਟ ਕੀਤਾ ਪਦਾਰਥ ਖਾਣ ਦੇ ਨਾਲ ਬਣਿਆ ਕਰਮ ਇਸ ਜਨਮ ਵਿੱਚ ਚੋਰਾਂ ਦੀ ਸੰਗਤ ਦੇ ਰੂਪ ਵਿੱਚ ਭਲੀਭੂਤ ਹੋਇਆ। ਚੋਰ ਆਪੋ ਆਪਣੀਆਂ ਪੰਡਾਂ ਚੁੱਕ ਕੇ ਤੁਰ ਪਏ। ਜਦੋਂ ਫਰੀਦ ਜੀ ਆਪਣੀ ਪੰਡ ਚੁੱਕਣ ਲੱਗੇ ਤਾਂ ਉੱਚੀ-ਉੱਚੀ ਹਾਸੇ ਦੀ ਆਵਾਜ਼ ਆਈ। ਫਰੀਦ ਜੀ ਇੱਧਰ-ਉੱਧਰ ਵੇਖਣ ਲੱਗੇ ਅਤੇ ਦੇਖ ਕੇ ਫਿਰ ਪੰਡ ਚੁੱਕਣ ਲੱਗੇ। ਫਿਰ ਹਾਸੇ ਦੀ ਆਵਾਜ਼ ਆਈ। ਜਦੋਂ ਹੈਰਾਨ ਹੋ ਕੇ ਦੇਖਿਆ ਤਾਂ ਇੱਕ ਪਾਸੇ ਬਲਦ ਦਾ ਇੱਕ ਪਿੰਜਰ ਪਿਆ ਹੋਇਆ ਸੀ। ਫਰੀਦ ਜੀ ਉਸ ਪਿੰਜਰ ਕੋਲ ਜਾ ਕੇ ਸੋਚਣ ਲੱਗੇ ਕਿ ਇੱਕ ਪਿੰਜਰ ਤਾਂ ਬੋਲ ਨਹੀਂ ਸਕਦਾ। ਪਹਿਲੀ ਗੱਲ ਕਿ ਪਸ਼ੂ ਹੀ ਨਹੀਂ ਬੋਲ ਸਕਦਾ, ਫਿਰ ਉਸ ਦਾ ਪਿੰਜਰ ਕਿਵੇਂ ਬੋਲ ਸਕਦਾ ਹੈ। ਪਰ ਫਰੀਦ ਜੀ ਨੂੰ ਪਤਾ ਸੀ ਕਿ ਉਸ ਨੂੰ ਖੁਦਾ ਆਪਣੇ ਨਾਲ ਜੋੜਨ ਲਈ ਇੱਕ ਅਜਿਹਾ ਚਮਤਕਾਰ ਕਰ ਰਿਹਾ ਹੈ। ਉਸ ਪਿੰਜਰ ਵੱਲੋਂ ਸਰਵ-ਵਿਆਪੀ ਖੁਦਾ ਆਪ ਬੋਲਿਆ ਕਿ ਤੂੰ ਆਪਣਾ ਕੰਮ ਕਰੀ ਚੱਲ। ਜੇਕਰ ਮੈਂ ਕੁਝ ਦੱਸਿਆ ਤਾਂ ਤੂੰ ਆਪਣੀ ਪੰਡ ਚੁੱਕ ਨਹੀਂ ਸਕੇਗਾ। ਫਰੀਦ ਜੀ ਨੇ ਕਿਹਾ ਕਿ ਹੁਣ ਤਾਂ ਦੱਸਣਾ ਹੀ ਪਵੇਗਾ। ਤਾਂ ਉਸ ਵਿੱਚੋਂ ਆਵਾਜ਼ ਆਈ ਕਿ ਮੈਂ ਇਸ ਪਿੰਡ ਦਾ ਚੌਧਰੀ ਸੀ। ਇੱਕ ਦਿਨ ਘੋੜੀ ਉੱਪਰ ਬੈਠ ਕੇ ਇਸ ਜ਼ਿਮੀਂਦਾਰ ਦੇ ਖੇਤ ਵਿੱਚੋਂ ਲੰਘਿਆ ਜਾਂਦਾ ਸੀ, ਜੋ ਹੱਕ ਸੱਚ ਦੀ ਕਮਾਈ ਕਰਕੇ ਖਾਂਦਾ ਸੀ। ਇਸ ਖੇਤ ਵਿੱਚੋਂ ਅਨਾਜ ਦਾ ਸਿੱਟਾ ਮੇਰੇ ਪੈਰ ਦੀ ਰਕਾਬ ਵਿੱਚ ਫਸ ਕੇ ਟੁੱਟ ਗਿਆ। ਉਸ ਨੂੰ ਫੜ ਕੇ ਮੈਂ ਦਾਣੇ ਭੋਰ ਕੇ ਮੂੰਹ ਵਿੱਚ ਪਾ ਲਏ ਤੇ ਤੂੜੀ ਫੂਕ ਮਾਰ ਕੇ ਉਡਾ ਦਿੱਤੀ। 4 ਕੁ ਦਾਣੇ ਮੂੰਹ ਵਿੱਚ ਪਾਉਣ ਦਾ ਨਤੀਜਾ ਇਹ ਹੋਇਆ ਕਿ ਮੈਂ 12 ਸਾਲ ਬਲਦ ਬਣ ਕੇ ਇਸ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਕਰਦਾ ਰਿਹਾ। ਮਸਾਂ-ਮਸਾਂ ਦਾਣਿਆਂ ਦਾ ਹਿਸਾਬ ਹੋਇਆ ਹੈ। ਤੂੜੀ ਦੇ ਹਿਸਾਬ ਲਈ ਅਜੇ ਵੀ ਪਿੰਜਰ ਰੂਪ ਵਿੱਚ ਰੁਲ ਰਿਹਾ ਹਾਂ। ਮੇਰਾ ਹਾਸਾ ਇਸ ਲਈ ਨਿਕਲਿਆ ਸੀ ਕਿ ਹੁਣ ਤੇਰਾ ਕੀ ਬਣੇਗਾ, ਜੋ ਤੂੰ ਪੰਡਾਂ ਦੀ ਪੰਡ ਬਣ ਕੇ ਲਈ ਜਾ ਰਿਹਾ ਹੈ। ਬਸ ਇੱਥੋਂ ਫਰੀਦ ਜੀ ਨੂੰ ਇੱਕ ਅਜਿਹੀ ਠੋਕਰ ਲੱਗੀ ਜੋ ਸੰਪੂਰਨ ਰੂਪ ਵਿੱਚ ਤਿਆਗੀ ਹੋ ਕੇ ਜੰਗਲਾਂ ਵਿੱਚ ਭਗਤੀ ਕਰਨ ਵਾਸਤੇ ਤੁਰ ਪਏ। ਫਿਰ ਪਹਿਲੇ 12 ਸਾਲ ਦਰਖਤਾਂ ਦੇ ਫਲ-ਫੁੱਲ ਜਾਂ ਪੱਤਿਆਂ ਦਾ ਆਹਾਰ ਕਰਦੇ ਰਹੇ ਤੇ ਤਪੱਸਿਆ ਕਰਦੇ ਰਹੇ। ਜਦੋਂ 12 ਸਾਲ ਬਾਅਦ ਆਪਣੇ ਘਰ ਵਿੱਚ ਆਏ ਤਾਂ ਸਿਰ ਦੇ ਕੇਸਾਂ ਨੂੰ ਠੀਕ ਕਰਨ ਦੇ ਬਹਾਨੇ ਮਾਂ ਨੇ ਕੇਸ ਖੋਲ੍ਹੇ ਤੇ ਪੁੱਛਿਆ ਕਿ ਬੇਟਾ, ਤੂੰ ਤਪੱਸਿਆ ਕਰਦਾ ਹੋਇਆ ਭੋਜਨ ਕੀ ਛਕਦਾ ਰਿਹਾ ਹੈ। ਫਰੀਦ ਜੀ ਨੇ ਅੱਗੋਂ ਦੱਸਿਆ ਕਿ ਮਾਤਾ ਜੀ, ਮੈਂ ਦਰਖਤਾਂ ਦੇ ਫਲ ਤੋੜ ਕੇ ਖਾਂਦਾ ਰਿਹਾ ਹਾਂ। ਜਦੋਂ ਫਲ ਨਹੀਂ ਹੁੰਦੇ ਸਨ ਉਦੋਂ ਮੈਂ ਪੱਤੇ ਧੋ ਕੇ ਖਾ ਲੈਂਦਾ ਸੀ। ਉਸ ਵੇਲੇ ਮਾਤਾ ਨੇ ਕੇਸ ਸਾਫ਼ ਕਰਦਿਆਂ ਚੁਟਕੀ ਵਿੱਚ ਲੈ ਕੇ ਜ਼ੋਰ ਦੀ ਕੇਸ ਖਿੱਚ ਦਿੱਤੇ ਤਾਂ ਫਰੀਦ ਜੀ ਨੇ ਪੀੜਾ ਦੀ ਆਵਾਜ਼ ਦਿੱਤੀ। ਮਾਂ ਨੇ ਪੁੱਛਿਆ ਕਿ ਕੀ ਹੋਇਆ ਹੈ। ਫਰੀਦ ਜੀ ਨੇ ਕਿਹਾ ਕਿ ਮਾਤਾ ਜੀ,
ਤੁਸੀਂ ਮੇਰੇ ਕੇਸ ਖਿੱਚੇ ਹਨ, ਜਿਸ ਕਰਕੇ ਮੇਰੇ ਸਿਰ ਵਿੱਚ ਪੀੜ ਹੋਈ ਹੈ। ਤਦ ਮਾਤਾ ਜੀ ਨੇ ਕਿਹਾ, ਜਿਹੜੇ ਬਿਰਛਾਂ ਦੇ ਫਲ ਫੁੱਲ ਜਾਂ ਪੱਤੇ ਧੋ ਕੇ ਖਾਂਦਾ ਰਿਹਾ ਹੈ, ਕੀ ਉਹਨਾਂ ਨੂੰ ਪੀੜ ਨਹੀਂ ਹੋਈ ਹੋਵੇਗੀ? ਇਹ ਸੁਣ ਕੇ ਪ੍ਰੀਤ ਜੀ ਦੇ ਦਿਲ ਨੂੰ ਫਿਰ ਤੋਂ ਠੋਕਰ ਵੱਜੀ ਤੇ ਮਾਤਾ ਜੀ ਦੇ ਚਰਨਾਂ ਤੇ ਸੀਸ ਨਵਾ ਕੇ ਫਿਰ ਜੰਗਲ ਵੱਲ ਤਪੱਸਿਆ ਕਰਨ ਲਈ ਚਲੇ ਗਏ। ਇਸ ਤੋਂ ਬਾਅਦ ਪ੍ਰੀਤ ਜੀ ਨੇ 12 ਸਾਲ ਕਠਿਨ ਤਪੱਸਿਆ ਲਈ ਨਿਯਮ ਧਾਰਨ ਕੀਤਾ। ਪ੍ਰੀਤ ਜੀ ਘਰ ਤੋਂ ਬਾਹਰ ਦਰਿਆ ਦੇ ਕਿਨਾਰੇ ਜੰਗਲ ਵਿੱਚ ਤਪ ਕਰਨ ਲੱਗੇ। ਇੱਕ ਦਿਨ ਉਸ ਦਰਿਆ ਵਿੱਚ ਇੱਕ ਬੇੜੀ ਡੁੱਬ ਗਈ, ਜਿਸ ਵਿੱਚ ਬਹੁਤ ਸਾਰੇ ਲੋਕ ਬੈਠੇ ਹੋਏ ਸਨ। ਜਦੋਂ ਲਾਸ਼ਾਂ ਦੇ ਵਾਰਸ ਆਪਣੇ ਸੰਬੰਧੀਆਂ ਦੀਆਂ ਲਾਸ਼ਾਂ ਲੱਭਣ ਲੱਗੇ, ਉਦੋਂ ਇੱਕ ਬੱਚੇ ਦੀ ਲਾਸ਼ ਦਰਿਆ ਦੇ ਕਿਨਾਰੇ ਜਾ ਲੱਗੀ। ਉਸ ਦੀ ਮਾਂ ਬਚ ਗਈ ਸੀ। ਉਸਨੂੰ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਮਿਲੀ। ਉਹ ਬਹੁਤ ਵਿਆਕੁਲ ਹੋਈ। ਉਸਨੂੰ ਥੋੜੀ ਦੂਰ ਪ੍ਰੀਤ ਜੀ ਤਪ ਕਰਦੇ ਦਿਸੇ। ਉਹ ਲਾਸ਼ ਨੂੰ ਚੁੱਕ ਕੇ ਦਰਿਆ ਦੇ ਕਿਨਾਰੇ ਜੰਗਲ ਵਿੱਚ ਤਪ ਕਰ ਰਹੇ ਪ੍ਰੀਤ ਜੀ ਦੇ ਪਾਸ ਲੈ ਕੇ ਆਈ। ਮਾਂ ਦੀ ਮਮਤਾ ਕੁਰਲਾਈ, ਪੁੱਤਰ ਤੋਂ ਬਿਨਾਂ ਜੀਵਨ ਦੀ ਆਸ ਮੁਕਾ ਦਿੱਤੀ। ਅਖੀਰੀ ਤਰਲਾ ਰੱਬੀ ਫਕੀਰ ਦੇ ਚਰਨਾਂ ਵਿੱਚ ਪੁੱਤਰ ਦੀ ਲਾਸ਼ ਰੱਖ ਕੇ ਖੁਦਾ ਦਾ ਵਾਸਤਾ ਪਾਇਆ ਕਿ ਹੇ ਫਕੀਰ, ਸਾਈਂ ਖੁਦਾ ਦੇ ਵਾਸਤੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ। ਮੇਰੀ ਜ਼ਿੰਦਗੀ ਮੇਰੇ ਪੁੱਤਰ ਦੇ ਨਾਲ ਹੀ ਹੈ, ਨਹੀਂ ਤਾਂ ਮੈਂ ਵੀ ਆਪਣੇ ਪ੍ਰਾਣ ਤਿਆਗ ਦਿਆਂਗੀ। ਇਹ ਸੁਣ ਕੇ ਪ੍ਰੀਤ ਜੀ ਦਾ ਚਿੱਤ ਬਹੁਤ ਭਾਵੁਕ ਹੋ ਗਿਆ। ਪ੍ਰੀਤ ਜੀ ਨੂੰ ਉਸ ਬੱਚੇ ਤੇ ਉਸਦੀ ਮਾਂ ਤੇ ਤਰਸ ਆ ਗਿਆ। ਉਹਨਾਂ ਨੇ ਕਿਹਾ, ਹੇ ਖੁਦਾ, ਮੈਂ ਬਚਪਨ ਤੋਂ ਹੀ ਤੇਰੀ ਬੰਦਗੀ ਕਰਦਾ ਆ ਰਿਹਾ ਹਾਂ। ਮੇਰੀ ਦੁਆ ਮਨਜ਼ੂਰ ਕਰੋ, ਇਸ ਬੱਚੇ ਨੂੰ ਜਿਉਂਦਾ ਕਰੋ। ਖੁਦਾ ਨੇ ਪ੍ਰੀਤ ਜੀ ਦੀ ਦੁਆ ਕਬੂਲ ਕੀਤੀ ਤੇ ਬੱਚਾ ਜਿਉਂਦਾ ਹੋ ਗਿਆ। ਉਹ ਮਾਂ ਬਹੁਤ ਖੁਸ਼ ਹੋਈ। ਉਸਨੇ ਸਾਰੇ ਲੋਕਾਂ ਵਿੱਚ ਰੌਲਾ ਪਾ ਦਿੱਤਾ ਕਿ ਇੱਕ ਫਕੀਰ ਨੇ ਮੇਰਾ ਬੱਚਾ ਜਿਉਂਦਾ ਕਰ ਦਿੱਤਾ ਹੈ। ਇਹ ਸੁਣ ਕੇ ਜਿਨ੍ਹਾਂ ਦੇ ਸੰਬੰਧੀ ਉਸ ਬੇੜੇ ਵਿੱਚ ਡੁੱਬੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ, ਉਹ ਸਭ ਚੁੱਕ ਕੇ ਪ੍ਰੀਤ ਜੀ ਦੇ ਪਾਸ ਲੈ ਆਏ ਤੇ ਬੇਨਤੀ ਕੀਤੀ ਕਿ ਜਿਵੇਂ ਤੁਸੀਂ ਉਸ ਮਾਈ ਦਾ ਬੱਚਾ ਜਿਉਂਦਾ ਕੀਤਾ ਹੈ, ਤਿਵੇਂ ਸਾਡੇ ਵੀ ਸੰਬੰਧੀਆਂ ਨੂੰ ਜਿਉਂਦਾ ਕਰੋ। ਜਦੋਂ ਪ੍ਰੀਤ ਜੀ ਨੇ ਦਇਆਵਾਨ ਹੋ ਕੇ ਉਹਨਾਂ ਨੇ ਵੀ ਖੁਦਾ ਅੱਗੇ ਅਰਦਾਸ ਕੀਤੀ, ਤਾਂ ਪ੍ਰੀਤ ਜੀ ਦੀ ਦੁਆ ਸੁਣ ਕੇ ਖੁਦਾ ਨੇ ਆਕਾਸ਼ਬਾਣੀ ਰਾਹੀਂ ਕਿਹਾ ਕਿ ਹੇ ਪ੍ਰੀਤ, ਜਿਉਂਦੇ ਤਾਂ ਮੈਂ ਇਹਨਾਂ ਨੂੰ ਵੀ ਕਰ ਦਿਆਂਗਾ, ਕਿਉਂਕਿ ਤੂੰ ਮੇਰੀ ਬਚਪਨ ਤੋਂ ਹੀ ਬੰਦਗੀ ਕਰਦਾ ਆ ਰਿਹਾ ਹੈ। ਪਰ ਤੂੰ ਬੰਦਗੀ ਮੇਰੀ ਪ੍ਰਾਪਤੀ ਲਈ ਕਰ ਰਿਹਾ ਹੈ, ਨਾ ਕਿ ਮੁਰਦੇ ਜਿਉਂਦੇ ਕਰਨ ਵਾਸਤੇ। ਜੇ ਮੇਰੇ ਕੋਲੋਂ ਮੁਰਦੇ ਜਿਉਂਦੇ ਕਰਵਾਉਣੇ ਹਨ, ਫਿਰ ਮੇਰੇ ਦਰਸ਼ਨ ਵਿੱਚ ਬਹੁਤ ਦੇਰ ਹੋ ਜਾਵੇਗੀ। ਤੇਰੀ ਕੀਤੀ ਤਪੱਸਿਆ ਜਾਂ ਹੋਰ ਤਪੱਸਿਆ ਦੇ ਪੁੰਨ ਪ੍ਰਤਾਪ ਦੇ ਬਦਲੇ ਇਹ ਮੁਰਦੇ ਜਿਉਂਦੇ ਹੋ ਜਾਣਗੇ, ਪਰ ਤੈਨੂੰ ਦੇਰ ਤੱਕ ਮੇਰੇ ਦਰਸ਼ਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਤਾਂ ਪ੍ਰੀਤ ਜੀ ਨੇ ਕਿਹਾ ਕਿ ਹੇ ਖੁਦਾ, ਮੈਨੂੰ ਭਾਵੇਂ ਹੋਰ ਕਠਿਨ ਤਪੱਸਿਆ ਕਿਉਂ ਨਾ ਕਰਨੀ ਪਵੇ, ਭਾਵੇਂ ਜ਼ਿੰਦਗੀ ਦੇ ਅੰਤਲੇ ਸਮੇਂ ਹੀ ਤੁਹਾਡੇ ਦਰਸ਼ਨ ਹੋਣ, ਪਰ ਤੁਸੀਂ ਇਹਨਾਂ ਨੂੰ ਜ਼ਰੂਰ ਜਿਉਂਦਾ ਕਰੋ, ਕਿਉਂਕਿ ਇਹਨਾਂ ਨੇ ਮੈਨੂੰ ਫਕੀਰ ਜਾਣ ਕੇ ਤੇਰਾ ਵਾਸਤਾ ਪਾਇਆ ਹੈ। ਉਸ ਵੇਲੇ ਪ੍ਰੀਤ ਜੀ ਦੀ ਅਰਜ਼ ਮਨਜ਼ੂਰ ਹੋਈ ਕਿ ਉਹ ਸਾਰੇ ਮੁਰਦੇ ਜਿਉਂਦੇ ਹੋ ਗਏ ਤੇ ਪ੍ਰੀਤ ਜੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਪਣੇ ਨਗਰ ਨੂੰ ਚਲੇ ਗਏ। ਫਿਰ 12 ਸਾਲ ਬਾਅਦ ਪ੍ਰੀਤ ਜੀ ਜੋ ਫਲ ਤੇ ਪੱਤੇ ਹੇਠਾਂ ਡਿੱਗੇ ਹੁੰਦੇ ਸਨ, ਉਹ ਚੁੱਕ ਚੁੱਕ ਕੇ ਖਾਂਦੇ ਰਹੇ। ਇਹਨਾਂ 24 ਸਾਲਾਂ ਦੀ ਕਠਿਨ ਘਾਲਣਾ ਤੇ ਬਚਪਨ ਦੀ ਅਨਭੋਲ ਪੁਣੇ ਵਿੱਚ ਕੀਤੀ ਬੰਦਗੀ ਦਾ ਇਹ ਫਲ ਹੋਇਆ ਕਿ ਮਨ ਦੀ ਇਕਾਗਰਤਾ ਇਤਨੀ ਬਣ ਗਈ, ਜੋ ਹਰ ਵੇਲੇ ਹੀ ਬਣੀ ਰਹਿੰਦੀ ਸੀ। ਹੁਣ 24ਵੇਂ ਸਾਲ ਨਾਮ ਵਿੱਚੋਂ ਹੀ ਐਸਾ ਰਸ ਹੋਣ ਲੱਗਾ ਤੇ ਬਾਹਰ ਦੇ ਪਦਾਰਥ ਤਿਆਗ ਕੇ ਕੇਵਲ ਨਾਮ ਦਾ ਹੀ ਆਸਰਾ ਹੋ ਗਿਆ। ਜੈਸਾ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਭਗਤਾ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੇ ਜੀਓ। ਉਸਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸਦੇ ਨਾਮ ਦਾ ਹੀ ਆਸਰਾ ਹੈ। ਉਹ ਹਰੀ ਪਾਸੋਂ ਉਸਦੀ ਸ੍ਰੇਸ਼ਟ ਸਿਫਤ ਸਲਾਹ ਹੀ ਮੰਗਦੇ ਹਨ। ਫਿਰ 12 ਸਾਲ ਰੋਟੀ ਦੀ ਸ਼ਕਲ ਕਾਠ ਚਕਲੇ ਵਾਂਗ ਗੋਲ ਬਣਾ ਕੇ ਆਪਣੇ ਪੇਟ ਨੂੰ ਬੰਨ੍ਹ ਲਿਆ ਅਤੇ ਆਪਣੇ ਮਨ ਨੂੰ ਸਮਝਾਉਣ ਲਈ ਕਿ ਬਸ ਹੁਣ ਇਹੋ ਤੇਰੀ ਰੋਟੀ ਹੈ,
ਜਦੋਂ ਬਾਹਰ ਦਾ ਖਾਣਾ ਪ੍ਰੀਤ ਜੀ ਨੇ ਇਹ ਸੋਚ ਕੇ ਤਿਆਗ ਦਿੱਤਾ ਕਿ ਪਰਮਾਤਮਾ ਸਵਾਸਾਂ ਤੋਂ ਬਗੈਰ ਜੀਵਾਂ ਨੂੰ ਰੱਖ ਸਕਦਾ ਹੈ, ਤਾਂ ਕਿ ਆਪਣੇ ਭਗਤਾਂ ਨੂੰ ਰੋਟੀ ਤੋਂ ਬਗੈਰ ਨਹੀਂ ਰੱਖ ਸਕਦਾ। ਪ੍ਰਭ ਭਾਵੇਂ ਬਿਨ ਸਾਸ ਤੇ ਰਾਖੇ। ਇਉਂ ਪ੍ਰੀਤ ਜੀ ਨੂੰ 36 ਸਾਲ ਤਪੱਸਿਆ ਕਰਦਿਆਂ ਨੂੰ ਗੁਜ਼ਰ ਗਏ, ਫਿਰ ਵੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ। 36ਵੇਂ ਸਾਲ ਅਚਾਨਕ ਇੱਕ ਘਟਨਾ ਵਾਪਰੀ। ਜਿੱਥੇ ਪ੍ਰੀਤ ਜੀ ਤਪ ਕਰ ਰਹੇ ਸਨ, ਉੱਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ। ਤਾਂ ਪ੍ਰੀਤ ਜੀ ਇਕਾਗਰਤਾ ਭੰਗ ਹੋਣ ਦੇ ਕਾਰਨ ਕ੍ਰੋਧ ਵਿੱਚ ਆ ਗਏ ਤੇ ਕਿਹਾ ਕਿ ਮਰ ਜਾਓ ਚਿੜੀਓ, ਜੋ ਮੇਰੀ ਇਕਾਗਰਤਾ ਭੰਗ ਕਰ ਰਹੀਆਂ ਹੋ। ਉਦੋਂ ਸਾਰੀਆਂ ਚਿੜੀਆਂ ਮਰ ਗਈਆਂ। ਫਿਰ ਪ੍ਰੀਤ ਜੀ ਨੂੰ ਆਪਣੀ ਵਾਕ ਸਿੱਧੀ ਤੇ ਖੁਸ਼ੀ ਵੀ ਪ੍ਰਗਟ ਹੋਈ ਅਤੇ ਚਿੜੀਆਂ ਦੇ ਮਰਨ ਤੇ ਬਹੁਤ ਦਇਆ ਵੀ ਆਈ ਅਤੇ ਅੱਗੇ ਪਰਲੋਕ ਦਾ ਭੈ ਵੀ ਲੱਗਿਆ ਕਿ ਮੇਰੀ ਵਜ੍ਹਾ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ। ਮਨ ਵਿੱਚ ਇਹ ਭਾਵ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ, ਤਾਂ ਜਾ ਕੇ ਰੱਬ ਦੀ ਦਰਗਾਹ ਵਿੱਚ ਇੱਜ਼ਤ ਹੁੰਦੀ ਹੈ। ਮੈਂ ਤਾਂ ਕਿੰਨੀਆਂ ਚਿੜੀਆਂ ਮਾਰ ਦਿੱਤੀਆਂ। ਤੇ ਫਿਰ ਸਾਈਂ ਪ੍ਰੀਤ ਜੀ ਨੇ ਕਿਹਾ ਕਿ ਚਿੜੀਓ ਜੀ ਪਵੋ, ਤਾਂ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ। ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪੱਸਵੀ ਨੂੰ ਕਈ ਕੁਝ ਦੇ ਦਿੰਦਾ ਹੈ, ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ, ਵਡਿਆਈ ਦੀ ਪ੍ਰਾਪਤੀ ਤੇ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਉਲਝ ਜਾਏ ਤਾਂ ਪਰਮਾਤਮਾ ਦੇ ਮਿਲਣ ਵਿੱਚ ਦੂਰੀ ਹੋ ਜਾਂਦੀ ਹੈ। ਜੇਕਰ ਇਹਨਾਂ ਨੂੰ ਨਿਤਾੜ ਕੇ ਆਪਣੀ ਮੰਜ਼ਿਲ ਵੱਲ ਵੱਧਦਾ ਜਾਵੇ ਤਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਵੀਡੀਓ ਦਿਲੋਂ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।